ਸਤਿ ਸ਼੍ਰੀ ਅਕਾਲ ਜੀ। ਅਸੀਂ ਗੱਲ ਕਰਾਂਗੇ ਬਠਿੰਡਾ ਦੇ ਥਰਮਲ ਪਲਾਂਟ ਦੀ। ਬਠਿੰਡਾ ਦਾ ਥਰਮਲ ਪਲਾਂਟ ਜਿਸ ਨੇ 50 ਸਾਲ ਤੱਕ ਲਗਾਤਾਰ ਪੰਜਾਬ ਨੂੰ ਰੌਸ਼ਨੀ ਬਖਸ਼ੀ ਤੇ ਨਾਲ ਹੀ ਹਰੀ ਕ੍ਰਾਂਤੀ ਦੇ ਵਿੱਚ ਪੰਜਾਬ ਨੂੰ ਮੋਢੀ ਬਣਾਇਆ। ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਹਾੜੇ ਮੌਕੇ ਇਹ ਥਰਮਲ ਪਲਾਂਟ ਹੋਂਦ ਦੇ ਵਿੱਚ ਆਇਆ ਤੇ ਆਖਿਰ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੂਬੇ ਦੀ ਮੌਜੂਦਾ ਸਰਕਾਰ ਨੇ ਇਸ ਦਾ ਪੂਰੀ ਤਰ੍ਹਾਂ ਭੋਗ ਪਾ ਦਿੱਤਾ ਤੇ 9 ਸਤੰਬਰ 2020 ਨੂੰ ਬਾਕਾਇਦਾ ਇਸ ਦੀ ਬੋਲੀ ਹੋ ਚੁੱਕੀ ਹੈ। ਆਕਸ਼ਨ ਜਿਸ ਨੂੰ ਕਿਹਾ ਜਾਂਦਾ ਹੈ, ਜਾਨੀ ਇੰਟਰਨੈਟ ਦੇ ਥਰੂ ਬੋਲੀ ਹੋਈ। ਬਹੁਤ ਸਾਰੀਆਂ ਫਰਮਾਂ ਨੇ ਦਿਲਚਸਪੀ ਦਿਖਾਈ ਇਸ ਥਰਮਲ ਪਲਾਂਟ ਨੂੰ ਢਾਉਣ ਵਾਸਤੇ। ਪਾਵਰਕਾਮ ਵੱਲੋਂ ਜੋ ਬੋਲੀ ਕੀਤੀ ਗਈ, ਉਸ ਬੋਲੀ ਦੇ ਵਿੱਚ ਜਿਹੜਾ ਇਹ ਥਰਮਲ ਪਲਾਂਟ ਢਾਉਣ ਦਾ ਜਿਹੜਾ ਠੇਕਾ ਹੈ ਉਹ ਮੁੰਬਈ ਦੀ ਇੱਕ ਫਰਮ ਨੂੰ ਦੇ ਦਿੱਤਾ ਗਿਆ। 164 ਕਰੋੜ ਦੇ ਵਿੱਚ ਇਹ ਠੇਕਾ ਜਿਹੜਾ ਦਿੱਤਾ ਗਿਆ ਤੇ ਅਗਲੇ ਹਫ਼ਤੇ ਕੁ ਦੇ ਵਿੱਚ ਇਸ ਥਰਮਲ ਪਲਾਂਟ ਨੂੰ ਢਾਉਣ ਲਈ ਜੋ ਕਹਿ ਲਈਏ ਕਿ ਸੇਲ ਆਰਡਰ ਪਾਵਰਕਾਮ ਵੱਲੋਂ ਜਾਰੀ ਕਰ ਦਿੱਤੇ ਜਾਣਗੇ। ਉਸ ਤੋਂ ਬਾਅਦ ਕਦੋਂ ਵੀ ਸੰਬੰਧਿਤ ਕੰਪਨੀ ਜਿਹੜੀ ਹੈ ਇਸ ਥਰਮਲ ਪਲਾਂਟ ਨੂੰ ਢਾਉਣ ਦੀ ਪ੍ਰਕਿਰਿਆ ਹੈ ਉਹ ਸ਼ੁਰੂ ਕਰ ਦੇਵੇਗੀ। ਸਮਝ ਸਕਦੇ ਹੋ ਕਿ ਬਠਿੰਡਾ ਥਰਮਲ ਪਲਾਂਟ ਹੁਣ ਯਾਦਾਂ ਦੇ ਵਿੱਚ ਰਹੇਗਾ। ਬਠਿੰਡਾ ਦਾ ਥਰਮਲ ਪਲਾਂਟ ਇਸ ਕਰਕੇ ਬਹੁਤ ਜ਼ਿਆਦਾ ਅਹਿਮ ਹੋ ਜਾਂਦਾ ਹੈ ਕਿ ਉਸ ਵੇਲੇ ਜਦੋਂ ਪੰਜਾਬ ਨੂੰ ਬਿਜਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਪੰਜਾਬ ਨੂੰ ਰੋਸ਼ਨਾਉਣ ਦੇ ਲਈ, ਜਦੋਂ ਕਹਿ ਲਈਏ ਬਠਿੰਡਾ ਦਾ ਇੱਕ ਵੱਡਾ ਖੇਤਰ ਕਈ ਜ਼ਿਲ੍ਹੇ ਬਠਿੰਡਾ ਦੇ ਆਸ-ਪਾਸ ਦੇ ਵਿੱਚ ਮਿਲਾ ਲਈਏ ਤਾਂ ਉਸ ਵੇਲੇ ਇੱਕ ਹਨੇਰੇ ਦੇ ਵਿੱਚ ਡੁੱਬੇ ਹੋਏ ਸੀ, ਬਿਜਲੀ ਬਹੁਤ ਘੱਟ ਸੀ। ਤਾਂ ਇਸ ਥਰਮਲ ਪਲਾਂਟ ਦੇ ਹੋਂਦ 'ਚ ਆਉਣ ਤੋਂ ਬਾਅਦ ਜਿੱਥੇ ਘਰ ਘਰ ਰੌਸ਼ਨੀ ਪਹੁੰਚੀ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹੋਂਦ 'ਚ ਆਇਆ ਸੀ ਔਰ ਪੂਰੇ ਪੰਜਾਬ ਨੂੰ ਪ੍ਰਕਾਸ਼ ਦਿੱਤਾ, ਰੌਸ਼ਨੀ ਦਿੱਤੀ। 50 ਸਾਲ ਤੱਕ ਲਗਾਤਾਰ ਪੰਜਾਬ ਨੂੰ ਇਹ ਥਰਮਲ ਪਲਾਂਟ ਰੋਸ਼ਨਾਉਂਦਾ ਰਿਹਾ ਔਰ ਇਹੀ ਨਹੀਂ, ਇਸ ਥਰਮਲ ਪਲਾਂਟ ਨੇ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਦੌਰ ਜਿਹੜਾ ਉਹ ਲਿਆਉਣ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਤੇ ਇਸ ਥਰਮਲ ਪਲਾਂਟ ਨੂੰ ਅਜੇ ਹੋਰ ਚਲਾਇਆ ਜਾ ਸਕਦਾ ਸੀ, ਪਰ ਸਰਕਾਰਾਂ ਜੋ ਸੋਚਦੀਆਂ ਨੇ ਹੁੰਦਾ ਉਹੀ ਹੈ। ਤੇ ਪਿਛਲੀ ਸਰਕਾਰ ਨੇ ਇਸ ਦੇ ਰਿਨੋਵੇਸ਼ਨ ਦੇ ਉੱਤੇ ਕਰੀਬ 750 ਕਰੋੜ ਰੁਪਇਆ ਖਰਚ ਕੀਤਾ। ਕਹਿ ਲਈਏ ਅਮਾਊਂਟ ਜੋ ਟੋਟਲ ਸੀ 715 ਕਰੋੜ ਰੁਪਇਆ ਜਿਹੜਾ ਉਹ ਖਰਚ ਕੀਤਾ ਇਸ ਥਰਮਲ ਪਲਾਂਟ ਦੀ ਰਿਨੋਵੇਸ਼ਨ ਵਾਸਤੇ। ਔਰ ਇਸ ਦੀ ਰਿਨੋਵੇਸ਼ਨ ਹੋਣ ਤੋਂ ਬਾਅਦ ਅਗਲੇ 5-7 ਸਾਲ ਇਹ ਥਰਮਲ ਪਲਾਂਟ ਅਜੇ ਹੋਰ ਚੱਲ ਸਕਦਾ ਸੀ। ਔਰ ਅਗਰ ਮੁਲਾਜ਼ਮ ਜਥੇਬੰਦੀਆਂ ਨੇ ਮੰਨੀਏ ਤਾਂ ਇਹ ਥਰਮਲ ਪਲਾਂਟ ਜਿਹੜੀ ਬਿਜਲੀ ਉਹ ਪੰਜਾਬ ਨੂੰ ਕਿਤੇ ਸਸਤੀ ਨਿੱਜੀ ਥਰਮਲ ਪਲਾਂਟਾਂ ਤੋਂ ਦੇ ਰਿਹਾ ਸੀ, ਪਰ ਸਰਕਾਰ ਇਸ ਤਰਕ ਦੇ ਨਾਲ ਕਿਤੇ ਸਹਿਮਤ ਨਹੀਂ ਹੋਈ ਔਰ ਲਗਾਤਾਰ ਕਸ਼ਮਕਸ਼ ਮੁਲਾਜ਼ਮਾਂ ਦੇ ਵਿੱਚ, ਇਸ ਥਰਮਲ ਪਲਾਂਟ ਦੇ ਕਰਮਚਾਰੀਆਂ ਦੇ ਵਿੱਚ ਚੱਲੀ। ਤੇ ਇਸ ਕਸ਼ਮਕਸ਼ ਦਾ ਨਿਸ਼ਕਰਸ਼ ਇਹ ਨਿਕਲਿਆ ਕਿ ਆਖਿਰ ਨਵੀਂ ਸਰਕਾਰ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਇਸ ਥਰਮਲ ਪਲਾਂਟ ਨੂੰ ਜਿੰਦਰਾ ਮਾਰਿਆ ਤੇ ਲਗਾਤਾਰ ਇਸ ਦੀ ਪ੍ਰਕਿਰਿਆ ਚੱਲਦੀ ਰਹੀ। ਹਾਲਾਂਕਿ ਸੂਬੇ ਦੇ ਵਿੱਤ ਮੰਤਰੀ ਜੋ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਨੇ, ਉਹਨਾਂ ਨੇ ਬਾਕਾਇਦਾ ਇਸ ਵਾਅਦੇ ਨਾਲ ਇਹ ਇਲੈਕਸ਼ਨ ਜਿੱਤੀ ਸੀ। ਉਹਨਾਂ ਨੇ ਐਲਾਨੀਆਂ ਇਹ ਵਾਅਦਾ ਕੀਤਾ ਸੀ ਕਿ ਇਸ ਥਰਮਲ ਪਲਾਂਟ ਦੀਆਂ ਚਿਮਨੀਆਂ ਜੋ ਧੂੰਆਂ ਨਿਕਲੂਗਾ। ਕਿਤੇ ਨਾ ਕਿਤੇ ਕਹਿ ਲਈਏ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਅੱਜ ਵੀ ਉਹ ਬਿਆਨ ਬੜਾ ਰੜਕਦਾ ਹੈ ਕਿ ਵਿੱਤ ਮੰਤਰੀ ਦਾ ਇਹ ਬਿਆਨ ਉਹਨਾਂ ਨਾਲ ਵਫਾ ਨਹੀਂ ਹੋਇਆ। ਤੇ ਉਹ ਵੀ ਅਸੀਂ ਗੱਲ ਕਰਾਂਗੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਥਰਮਲ ਪਲਾਂਟ ਨੂੰ ਢਾਉਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਲਗਭਗ ਹੁਣ ਅੰਤਿਮ ਗੇੜ ਦੇ ਵਿੱਚ ਪਹੁੰਚ ਚੁੱਕੀ ਹੈ ਔਰ 4 ਚਿਮਨੀਆਂ ਇਸ ਦੀਆਂ ਨੇ ਜੋ ਬਠਿੰਡਾ ਦੀ ਸ਼ਾਨ ਨੇ, ਬਠਿੰਡਾ ਦੀ ਵਿਰਾਸਤ ਨੇ। ਔਰ ਜੇ ਕਹਿ ਲਈਏ ਕਿ ਬਠਿੰਡਾ ਦੇ ਵਿਰਾਸਤੀ ਕਿਲੇ ਤੋਂ ਬਾਅਦ ਅਗਰ ਬਠਿੰਡਾ ਦੀ ਪਛਾਣ ਕਿਸੇ ਚੀਜ਼ ਨਾਲ ਬਣੀ ਹੈ ਤਾਂ ਉਹ ਇਹਨਾਂ 4 ਚਿਮਨੀਆਂ ਦੀ ਸਦਕਾ, ਬਠਿੰਡਾ ਦੇ ਥਰਮਲ ਪਲਾਂਟ ਦੀ ਸਦਕਾ ਬਣੀ ਹੋਈ ਹੈ। ਤੇ ਝੀਲਾਂ ਦਾ ਸ਼ਹਿਰ ਅਗਰ ਕਿਹਾ ਜਾਂਦਾ ਹੈ ਤਾਂ ਉਹ ਵੀ ਇਹ ਥਰਮਲ ਪਲਾਂਟ ਦੀਆਂ ਝੀਲਾਂ ਨੇ, ਜਿਨ੍ਹਾਂ ਦੇ ਵਿੱਚ ਪਿਛਲੀ ਸਰਕਾਰ ਨੇ ਵੋਟਿੰਗ ਵੀ ਸ਼ੁਰੂ ਕਰਾਈ। ਜੋ ਪੰਜਾਬ ਦੇ ਵਿੱਚ ਇੱਕੋ ਇੱਕ ਇਹੋ ਜਿਹੀ ਟੂਰਿਸਟ ਸਪੌਟ ਸੀ ਜੋ ਜਿੱਥੇ ਵੋਟਿੰਗ ਹੁੰਦੀ ਸੀ। ਚੰਡੀਗੜ੍ਹ ਯੂਟੀ ਏਰੀਆ ਮੰਨਿਆ ਜਾਂਦਾ ਹੈ ਤੇ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਵਿੱਚ ਵੋਟਿੰਗ ਹੁੰਦੀ ਹੈ। ਜਾਂ ਪੰਜਾਬ ਦੇ ਵਿੱਚ ਜੇ ਕਿਤੇ ਹੁੰਦੀ ਸੀ ਤਾਂ ਬਠਿੰਡਾ ਦੀਆਂ ਇਹਨਾਂ ਝੀਲਾਂ ਦੇ ਵਿੱਚ ਮੈਨੂੰ ਯਾਦ ਹੈ ਕਿ ਲੋਕਡਾਊਨ ਤੋਂ ਪਹਿਲਾਂ ਤੱਕ ਬਾਕਾਇਦਾ ਪੰਜਾਬ ਦੇ ਦੂਰ ਦਰਾਡੇ ਦੇ ਇਲਾਕਿਆਂ 'ਚੋਂ ਇਹਨਾਂ ਝੀਲਾਂ ਦੇ ਵਿੱਚ ਵੋਟਿੰਗ ਕਰਨ ਜਿਹੜੇ ਲੋਕ ਆਉਂਦੇ ਰਹੇ ਨੇ। ਤੇ ਕਿਉਂਕਿ ਹੁਣ ਲੋਕਡਾਊਨ ਤੋਂ ਬਾਅਦ ਇਹ ਪ੍ਰੋਜੈਕਟ ਵੀ ਠੱਪ ਹੋ ਗਿਆ ਤੇ ਹੁਣ ਅੱਗੇ ਇਸ ਦੀਆਂ ਉਮੀਦਾਂ ਜਿਹੜੀਆਂ ਨੇ ਫਿਰ ਸਰਕਾਰ ਤੇ ਟਿਕੀਆਂ ਹੋਈਆਂ ਨੇ, ਕਿਉਂਕਿ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਥਰਮਲ ਨੂੰ ਡਿਸਮੈਂਟਲ ਕੀਤਾ ਜਾਏਗਾ, ਢਾਇਆ ਜਾਏਗਾ, ਪਰ ਇਸ ਦੀਆਂ ਜੋ 4 ਚਿਮਨੀਆਂ ਨੇ ਉਹਨਾਂ ਨੂੰ ਵਿਰਾਸਤ ਵਜੋਂ ਰੱਖਿਆ ਜਾਏਗਾ। ਤੇ ਇਹ ਵਾਅਦਾ ਕਿੰਨਾ ਕੁ ਵਫਾ ਹੁੰਦਾ ਹੈ ਅਜੇ ਭਵਿੱਖ 'ਚ ਦੇਖਣਾ ਹੋਏਗਾ ਕੀ ਬਣਦਾ। ਔਰ ਨਾਲ ਹੀ ਵਿੱਤ ਮੰਤਰੀ ਵੱਲੋਂ ਵੀ ਜਾਂ ਕਹਿ ਲਈਏ ਸਰਕਾਰ ਵੱਲੋਂ ਇਹ ਵੀ ਵਾਅਦਾ ਕੀਤਾ ਗਿਆ ਕਿ ਇਸ ਦੀਆਂ ਜੋ 3 ਝੀਲਾਂ ਹਨ
ਉਹ ਬਠਿੰਡਾ ਦੇ ਵਿੱਚ ਜਲ ਆਪੂਰਤੀ ਲਈ ਕਹਿ ਲਈਏ ਵਾਟਰ ਸਪਲਾਈ ਦੇ ਲਈ ਵਰਤੀਆਂ ਜਾਣਗੀਆਂ, ਕਿਉਂਕਿ ਪ੍ਰਪੋਜ਼ਲ ਨਗਰ ਨਿਗਮ ਦੀ ਅਕਾਲੀ ਸਰਕਾਰ ਵੇਲੇ ਤੋਂ ਇਹ ਲਗਾਤਾਰ ਚੱਲ ਰਹੀ ਸੀ ਕਿ ਇਹਨਾਂ ਝੀਲਾਂ ਨੂੰ ਅਗਰ ਤੁਸੀਂ ਥਰਮਲ ਲਈ ਨਹੀਂ ਵਰਤਣਾ ਤਾਂ ਇਹਨਾਂ ਝੀਲਾਂ ਨੂੰ ਤੁਸੀਂ ਜਿਹੜਾ ਹੈ ਉਹ ਸ਼ਹਿਰ ਦੀ ਵਾਟਰ ਸਪਲਾਈ ਦੇ ਨਾਲ ਜੋੜ ਕੇ ਇਸ ਦੀ ਵਾਟਰ ਸਪਲਾਈ ਬਿਹਤਰ ਬਣਾਈ ਜਾ ਸਕਦੀ ਹੈ। ਸਾਰਾ ਕੁਝ ਫਿਰ ਸਰਕਾਰ ਤੇ ਹੀ ਨਿਰਭਰ ਕਰੇਗਾ, ਕਿਉਂਕਿ ਸਰਕਾਰ ਦੀਆਂ ਆਪਦੀਆਂ ਗਿਣਤੀਆਂ ਮਿਣਤੀਆਂ ਨੇ। ਸਰਕਾਰ ਇਹ ਵੀ ਕਹਿ ਰਹੀ ਹੈ ਕਿ ਇੱਥੇ ਅਸੀਂ ਇੱਕ ਵੱਡਾ ਜਿਹੜਾ ਉਹ ਉਦਯੋਗਿਕ ਜਿਹੜਾ ਇਸ ਨੂੰ ਹੱਬ ਬਣਾਉਣ ਦੇ ਲਈ ਉਦਯੋਗਿਕ ਯੂਨਿਟ ਲਗਾਵਾਂਗੇ, ਪਰ ਇਹ ਵੀ ਦੇਖਣ ਵਾਲਾ ਹੋਏਗਾ ਕਿ ਸ਼ਹਿਰ ਦੇ ਵਿੱਚ ਵਿਚਾਲੇ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਉਹ ਕਿਵੇਂ ਮਨਜ਼ੂਰੀ ਦੇਗਾ ਅਗਰ ਇੱਥੇ ਇੰਡਸਟਰੀਅਲ ਹੱਬ ਬਣਾਈ ਜਾਂਦੀ ਹੈ। ਸੋ ਸਰਕਾਰ ਦੇ ਵਾਅਦੇ ਕੁਝ ਹੋਰ ਹੁੰਦੇ ਨੇ, ਦਾਅਵੇ ਕੁਝ ਹੋਰ ਹੁੰਦੇ ਨੇ, ਪਰ ਅੱਗੇ ਆਪਾਂ ਕਹਿ ਲਈਏ ਕਿ ਸਾਹਮਣੇ ਕੁਝ ਹੋਰ ਹੁੰਦਾ ਹੈ। ਫਿਰ ਵੀ ਮੁਲਾਜ਼ਮ ਜਥੇਬੰਦੀਆਂ ਨੇ, ਥਰਮਲ ਪਲਾਂਟ ਦੇ ਮੁਲਾਜ਼ਮ ਜਥੇਬੰਦੀਆਂ ਨੇ ਇਸ ਚੀਜ਼ ਨੂੰ ਬੜਾ ਨੇੜਿਓਂ ਦੇਖਿਆ, ਬੜਾ ਨੇੜਿਓਂ ਚੱਲਿਆ। ਇਸ ਦੀ ਵੀ ਅਸੀਂ ਗੱਲ ਕਰਾਂਗੇ, ਪਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਜਿੱਥੇ ਥਰਮਲ ਪਲਾਂਟ ਢਾਉਣ ਜਾ ਰਹੀ ਹੈ ਉੱਥੇ ਨਾਲ ਹੀ ਇੱਥੇ ਜਿਹੜੀਆਂ 2167 ਅਸਾਮੀਆਂ ਸੀ ਉਹਨਾਂ ਦਾ ਵੀ ਪਿਛਲੇ ਦਿਨੀ ਪੂਰੀ ਤਰ੍ਹਾਂ ਭੋਗ ਪਾ ਦਿੱਤਾ ਗਿਆ। ਇਹਨਾਂ ਅਸਾਮੀਆਂ ਦਾ ਜਦੋਂ ਭੋਗ ਪਾਇਆ ਗਿਆ ਤਾਂ ਪੂਰੇ ਸੂਬੇ ਦੇ ਵਿੱਚ ਇੱਕ ਗੱਲ ਖਾਸ ਤੌਰ ਤੇ ਉੱਭਰੀ। ਉਹ ਗੱਲ ਸੀ ਕਿ ਸਰਕਾਰ ਦਾ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਿੱਥੇ ਗਿਆ। ਬਿਲਕੁਲ ਉਲਟ ਪ੍ਰਕਿਰਿਆ ਇਹ ਕਿ ਉਹਨਾਂ ਅਸਾਮੀਆਂ ਨੂੰ ਖਤਮ ਹੀ ਕਰ ਦਿੱਤਾ ਗਿਆ ਜੋ 2167 ਅਸਾਮੀਆਂ ਸੀ ਬਠਿੰਡਾ ਦੇ ਥਰਮਲ ਪਲਾਂਟ ਨਾਲ ਸੰਬੰਧਿਤ। ਐਵਨ ਕਿ ਰੋਪੜ ਦੇ ਥਰਮਲ ਪਲਾਂਟ ਨਾਲ ਸੰਬੰਧਿਤ ਵੀ ਜਿਹੜੀਆਂ ਅਸਾਮੀਆਂ ਖਤਮ ਕੀਤੀਆਂ ਗਈਆਂ ਨੇ, ਤਾਂ ਸਮਝਿਆ ਜਾ ਸਕਦਾ ਕਿ ਜਿਹੜੀ ਤਿਆਰੀ ਹੈ ਉਹ ਰੋਪੜ ਦੇ ਥਰਮਲ ਪਲਾਂਟ ਦੀ ਵੀ ਹੋ ਚੁੱਕੀ ਹੈ। ਸੋ ਮੈਂ ਗੱਲ ਕਰ ਰਿਹਾ ਸੀ ਕਿ ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰੀ ਵਾਅਦਿਆਂ ਨੂੰ, ਦਾਅਵਿਆਂ ਨੂੰ ਕਾਫੀ ਨੇੜਿਓਂ ਦੇਖਿਆ। ਇਹਨਾਂ ਦਾਅਵਿਆਂ ਤੇ ਵਾਅਦਿਆਂ ਦਾ ਸੱਚ ਇਸ ਵੇਲੇ ਜਾਣਨਾ ਜ਼ਰੂਰੀ ਹੈ ਉਹਨਾਂ ਮੁਲਾਜ਼ਮ ਜਥੇਬੰਦੀਆਂ ਤੋਂ। ਸੋ ਇਸ ਪੂਰੇ ਘਟਨਾਕ੍ਰਮ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਮੁਲਾਜ਼ਮ ਜਥੇਬੰਦੀ, ਥਰਮਲ ਪਲਾਂਟ ਦੀ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ। ਇਹਨਾਂ ਨੇ ਇਹ ਪੂਰੀ ਲੜਾਈ ਨੂੰ ਲੜਿਆ ਵੀ ਹੈ ਤੇ ਨਾਲ ਹੀ ਸਰਕਾਰੀ ਵਾਅਦਿਆਂ ਤੇ ਦਾਅਵਿਆਂ ਨੂੰ ਬੜਾ ਨੇੜਿਓਂ ਦੇਖਿਆ। ਗੁਰਸੇਵਕ ਸਿੰਘ ਸੰਧੂ ਜੀ, ਤੁਹਾਡਾ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਸਾਡਾ ਸਵਾਲ ਹੈ ਕਿ ਹੁਣ ਇਸ ਥਰਮਲ ਪਲਾਂਟ ਨੂੰ, ਜਿਸ ਨੂੰ ਬਚਾਉਣ ਲਈ ਤੁਸੀਂ ਲੰਬੀ ਲੜਾਈ ਲੜੀ, ਪਰ ਸਮਝਿਆ ਜਾ ਸਕਦਾ ਕਿ ਬਚਾ ਨਹੀਂ ਸਕੇ। ਥਰਮਲ ਨੂੰ ਢਾਉਣ ਦਾ ਠੇਕਾ ਜਿਹੜਾ ਉਹ 164 ਕਰੋੜ ਦੇ ਵਿੱਚ ਮੁੰਬਈ ਦੀ ਫਰਮ ਨੂੰ ਦੇ ਦਿੱਤਾ ਗਿਆ। ਇੱਥੇ ਪਹਿਲੀ ਪ੍ਰਤੀਕਿਰਿਆ ਕੀ ਹੈ ਤੁਹਾਡੀ? ਇਹ ਜਿਹੜਾ ਵੀ 9 ਤਰੀਕ ਨੂੰ ਇਹ ਟੈਂਡਰ ਦੇ ਰਾਹੀਂ ਇਹਨੂੰ ਡਿਸਮੈਂਟਲ ਕਰਨ ਦੇ ਵਾਸਤੇ ਜਿਹੜੀ ਸਰਕਾਰੀ ਕਾਰਵਾਈ ਪੂਰੀ ਹੋਈ ਹੈ, ਉਹਦਾ ਪ੍ਰਤੀਕਰਮ ਮੇਰਾ ਕਿ ਇਹ ਅਸੀਂ ਸਭ ਤੋਂ ਮਾੜਾ ਦਿਨ ਪੰਜਾਬ ਦੇ ਲੋਕਾਂ ਵਾਸਤੇ, ਪਾਵਰਕਾਮ ਤੇ ਟਰਾਂਸਕੋ ਦੇ ਵਾਸਤੇ, ਉਹਨਾਂ ਦੇ ਮੁਲਾਜ਼ਮਾਂ ਦੇ ਵਾਸਤੇ ਸਮਝਦੇ ਆ ਕਿ ਇੱਕ ਬਹੁਤ ਵੱਡਾ ਕਾਲਾ ਦਿਨ ਹੈ। ਇਸ ਤੋਂ ਮਾੜਾ ਦਿਨ ਜਿਹੜਾ ਹੈ ਉਹ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਇਸ ਥਰਮਲ ਪਲਾਂਟ ਨੂੰ ਲੋਕਾਂ ਨੇ ਉਸਾਰਿਆ। ਐਡੀ ਵੱਡੀ ਜਾਇਦਾਦ ਲੋਕਾਂ ਨੇ ਬਣਾਈ ਤੇ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਦਿਵਸ ਦੇ ਇਹ ਸਮਰਪਿਤ ਸੀ ਤੇ ਇਹ ਬਠਿੰਡੇ ਦੀ ਵਿਰਾਸਤ ਸੀ। ਤੇ ਪਰ ਅਸੀਂ ਆਸ ਆ ਜਿਹੜੀ ਹਜੇ ਵੀ ਨਹੀਂ ਛੱਡੀ। ਅਸੀਂ ਹਜੇ ਵੀ ਆਪਣੀ ਚਾਰਾਜੋਈ ਜਿਹੜੀ ਹੈ ਇਹਨੂੰ ਕਰਦੇ ਰਵਾਂਗੇ ਕਿ ਇਹ ਥਰਮਲ ਕਿਵੇਂ ਨਾ ਕਿਵੇਂ ਕਰਕੇ, ਚਾਹੇ ਇੱਥੇ ਕੋਈ ਸੋਲਰ ਲੱਗ ਜਾਵੇ, ਚਾਹੇ ਇੱਥੇ ਕੋਈ ਪਰਾਲੀ ਤੇ ਯੂਨਿਟ ਚੱਲ ਜਾਵੇ, ਪਰ ਸਾਡੀ ਜਿਹੜੀ ਚਾਰਾਜੋਈ ਆ ਉਹ ਹਜੇ ਵੀ ਜਾਰੀ। ਕਿਸ ਤਰ੍ਹਾਂ ਦੀ ਚਾਰਾਜੋਈ ਤੁਹਾਡੀ ਹੋਊਗੀ? ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਜੀ, ਲਾਮਬੰਦ ਕਰਾਂਗੇ ਲੋਕਾਂ ਨੂੰ। ਜਿਵੇਂ ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ ਕਿ ਹੰਸਪਾਲ ਜੀ ਜਿਹੜੇ ਪੇਡਾ ਦੇ ਚੇਅਰਮੈਨ ਹੈ, ਉਹਨਾਂ ਵੱਲੋਂ ਵੀ ਮੁੱਖ ਮੰਤਰੀ ਜੀ ਨੂੰ ਇੱਕ ਲੈਟਰ ਲਿਖਿਆ ਗਿਆ ਹੈ ਕਿ ਅਸੀਂ ਇੱਥੇ ਸੂਰਜੀ ਊਰਜਾ ਪਲਾਂਟ ਆ ਜਿਹੜਾ ਐਸ਼ਡਾਇਕ ਏਰੀਆ, ਸੁਆਹ ਵਾਲਾ ਏਰੀਆ ਜਿਹੜਾ 500 ਏਕੜ 600 ਏਕੜ ਪਈ ਆ, ਉਹ ਉੱਥੇ ਅਸੀਂ ਇਹ ਲਾਉਣਾ ਚਾਹੁੰਦੇ ਹਾਂ, ਸਾਨੂੰ ਮਨਜ਼ੂਰੀ ਦਿੱਤੀ ਜਾਵੇ। ਤੇ ਉਹ ਮਨਜ਼ੂਰੀ ਮਿਲ ਵੀ ਸਕਦੀ ਹੈ, ਕਿਉਂਕਿ ਜੇ ਕੈਪਟਨ ਸਾਹਿਬ ਚਾਹਣ ਤਾਂ ਉਹ BOD ਨੇ ਪਹਿਲਾਂ ਉਹ ਪਾਸ ਕੀਤਾ ਹੋਇਆ ਹੈ ਜਿਹੜਾ ਸੂਰਜੀ ਊਰਜਾ ਵਾਲਾ। ਇਸ ਕਰਕੇ ਅਸੀਂ ਨਹੀਂ, ਉਹ ਤਾਂ ਪਹਿਲਾਂ ਪਰਾਲੀ ਦਾ ਵੀ ਹੋ ਗਿਆ ਸੀਗਾ। ਪਰਾਲੀ ਤੇ ਯੂਨਿਟ ਚਲਾਉਣਾ ਸੀ ਇੱਕ, ਬਾਕਾਇਦਾ ਅਬਰੋਡ ਦੇ ਵਿੱਚੋਂ ਟੀਮਾਂ ਆਈਆਂ ਤੇ ਉਹ ਸਰਵੇ ਕਰ ਗਈਆਂ, ਸਭ ਕੁਝ ਮਨਜ਼ੂਰੀ ਹੋ ਗਈ, ਸਭ ਕੁਝ ਹੋ ਗਿਆ ਸੀ। ਫਿਰ ਇਸ ਦੇ ਬਾਵਜੂਦ ਥਰਮਲ ਢਾਇਆ ਜਾ ਰਿਹਾ ਤੇ ਫਿਰ ਇਸ ਬਾਰੇ ਤੁਹਾਨੂੰ ਕਿੰਨਾ ਕੁ ਯਕੀਨ ਹੈ? ਇਸ ਬਾਰੇ ਵੇਖੋ ਜੀ, ਕੋਈ ਯਕੀਨ ਤਾਂ ਨਹੀਂ ਕਰਿਆ ਜਾ ਸਕਦਾ, ਪਰ ਜੇ ਤਾਂ ਹੁਣ ਇਹਨਾਂ ਦਾ ਸਰਕਾਰੀ ਆਪਦਾ ਇਹਨਾਂ ਦਾ ਚੇਅਰਮੈਨ ਲਾਇਆ ਹੋਇਆ ਔਰ ਉਹਨਾਂ ਦੇ ਚੇਅਰਮੈਨ ਨੇ ਇਹ ਮਨਜ਼ੂਰੀ ਜਿਹੜੀ ਹੈ CM ਸਾਹਿਬ ਤੋਂ ਮੰਗੀ ਹੈ ਤੇ ਉਹਨਾਂ ਨੂੰ ਦੇ ਵੀ ਸਕਦੇ ਆ। ਕੋਈ ਵਾਅਦਾ ਸਾਡੇ ਨਾਲ ਨਹੀਂ ਕੀਤਾ। ਇਹ ਤਾਂ ਉਹ ਵੀ ਇਹਨਾਂ ਦੀ ਸੀਗੇ, ਪਾਵਰਕਾਮ ਦੇ ਅਧਿਕਾਰੀਆਂ ਨੇ ਹੀ ਉਹ ਯੂਨਿਟ ਦਾ ਪਹਿਲਾਂ ਤੁਹਾਨੂੰ ਦਿਖਾਇਆ ਸੀ ਕਿ ਅਸੀਂ ਇੱਕ ਯੂਨਿਟ ਚਾਲੂ ਰੱਖਾਂਗੇ ਪਰਾਲੀ ਤੇ। ਉਹ ਪਾਵਰਕਾਮ ਦੇ ਸਰਕਾਰ ਦੇ ਹੀ ਸਾਰਾ ਅਮਲਾ ਫੈਲਾ ਹੁੰਦਾ। ਉਹ ਠੀਕ ਹੈ ਜੀ ਤੁਹਾਡੀ ਗੱਲ, ਪਰ ਉਹ ਜਦੋਂ ਗੱਲ ਫਿਰ ਉੱਥੇ ਆ ਖੜਦੀ ਹੈ ਕਿ ਜਿਹੜੇ ਸਾਡੇ ਮਾਨਯੋਗ ਖਜ਼ਾਨਾ ਮੰਤਰੀ ਹੈ ਇਹ ਪਤਾ ਨਹੀਂ ਕਿਉਂ ਬਜੈਦ ਨੇ, ਇਹ ਮਤਲਬ ਇਹ ਤਾਂ ਇੱਕ ਜੈਦੀ ਫੜੀ ਬੈਠੇ ਆ ਕਿ ਮੈਂ ਇਸ ਥਰਮਲ ਨੂੰ ਚੱਲਣ ਹੀ ਨਹੀਂ ਦੇਣਾ। ਕਿ ਹਾਲਾਂਕਿ ਸਭ ਤੋਂ ਪਹਿਲਾਂ ਵਾਅਦਾ ਇਹਨਾਂ ਨੇ ਕਰਿਆ ਸੀ, ਕਾਂਗਰਸ ਸਰਕਾਰ ਦਾ ਜਿਹੜਾ ਚੋਣ ਮੈਨੀਫੈਸਟੋ ਸੀ ਉਹਦੇ ਚੇਅਰਮੈਨ ਉਹ ਵੀ ਇਹਨਾਂ ਨੇ ਬਣਾਇਆ ਔਰ ਵਾਅਦਾ ਵੀ ਇਹ ਕਰਕੇ ਗਏ। ਸਾਡੀ ਤਾਂ ਕੋਈ ਇਹਨਾਂ ਤੋਂ ਮੰਗ ਵੀ ਹੈ ਨਹੀਂ ਸੀ।
ਇਹਨਾਂ ਨੇ ਆਪਣੇ ਆਪ ਹੀ ਗੱਲ ਆ ਜਿਹੜੀ ਥਰਮਲ ਦੇ ਗੇਟ ਦੇ ਉੱਤੇ ਆ ਕੇ ਕਹੀ, ਤੇ ਥਰਮਲ ਆਪਣਾ ਸੌਰੀ ਬਠਿੰਡਾ ਸ਼ਹਿਰ ਦੇ ਹਰ ਕੋਨੇ ਦੇ ਉੱਤੇ, ਹਰ ਮੋੜ ਦੇ ਉੱਤੇ, ਹਰ ਗਲੀ ਦੇ ਉੱਤੇ ਇਹਨਾਂ ਨੇ ਆਪਦੇ ਆਪ ਗੱਲ ਕਹੀ। ਬਠਿੰਡੇ ਦੇ ਲੋਕਾਂ ਨੇ ਜਾਂ ਥਰਮਲ ਦੇ ਮੁਲਾਜ਼ਮਾਂ ਨੇ ਤਾਂ ਇਹਨਾਂ ਕੋਲ ਕੋਈ ਮੰਗ ਰੱਖੀ ਨਹੀਂ ਸੀ ਕਿ ਸਾਡਾ ਜਿਹੜਾ ਥਰਮਲ ਆ ਤੁਸੀਂ ਚਲਾਓਗੇ, ਤੇ ਇਹਨਾਂ ਨੇ ਆਪ ਹੀ ਵਾਅਦਾ ਕਰਿਆ ਸੀ, ਆਪ ਹੀ ਆਪਣੇ ਵਾਅਦੇ ਤੋਂ ਜਿਹੜੇ ਪਿੱਛੇ ਹਟੇ। ਅੱਛਾ, ਹੁਣ ਅਸਾਮੀਆਂ ਵੀ ਖਤਮ ਕਰ ਦਿੱਤੀਆਂ ਗਈਆਂ ਨੇ ਤੁਹਾਡੀਆਂ, 2167 ਅਸਾਮੀਆਂ ਜਿਹੜੀਆਂ ਉਹ ਖਤਮ ਕੀਤੀਆਂ ਗਈਆਂ ਨੇ ਥਰਮਲ ਪਲਾਂਟ ਦੇ। ਜਿਸ ਦਿਨ ਡਿਸਮੈਂਟਲ ਦੀ ਪ੍ਰਕਿਰਿਆ ਪੂਰੀ ਹੋ ਗਈ ਉਸ ਤੋਂ ਬਾਅਦ ਇਹ ਅਸਾਮੀਆਂ ਵੀ ਖਤਮ ਕਰ ਦਿੱਤੀਆਂ ਗਈਆਂ ਨੇ। ਵੇਖੋ ਜੀ, ਇਹਨਾਂ ਦਾ ਸਰਕਾਰ ਦਾ ਇਹ ਆਪਦਾ ਹੀ ਲੋਕਾਂ ਦੇ ਨਾਲ, ਇਹ ਵੀ ਸਰਕਾਰ ਦਾ ਵਾਅਦਾ ਸੀਗਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਤੇ ਹੁਣ ਇਹ ਸਮਝ ਲਓ ਵੀ 2167 ਪੋਸਟਾਂ ਯਾਨੀ 2200 ਪਰਿਵਾਰ ਨੂੰ ਇਹ ਨੌਕਰੀਆਂ ਮਿਲਣੀਆਂ ਸੀ। 2200 ਪਰਿਵਾਰ ਜਿਹੜਾ ਉਹ ਐਡਜਸਟ ਹੁੰਦਾ ਸੀਗਾ, ਤੇ ਇਹਨਾਂ ਦਾ ਵਾਅਦਾ ਵੀ ਆਪੇ ਪੂਰਾ ਹੁੰਦਾ ਸੀ, ਤੇ ਇਹਨਾਂ ਨੇ ਆਪਦੀ ਆਪ ਹੀ ਜਿਹੜਾ ਹੈ ਵੀ ਘਰ ਘਰ ਨੌਕਰੀ ਦੇਵਾਂਗੇ ਅਸੀਂ, ਉਹਦੇ ਵਾਅਦੇ ਤੋਂ ਆਪਦੇ ਆਪ ਹੀ ਪਿੱਛੇ ਹਟੇ ਜਾਂਦੇ। ਇਹ ਤਾਂ ਘਰ ਘਰ ਨੌਕਰੀ ਖੋਹਣ ਵਾਲਾ ਕੰਮ ਹੋਇਆ ਪਿਆ ਹੈ। ਪਹਿਲਾਂ ਇਹਨਾਂ ਨੇ ਇੱਕ ਦੋ ਮਹਿਕਮਿਆਂ ਦੇ ਹੋਰ ਵੀ PWD ਦੇ ਵਿੱਚ ਜਾਂ ਨਹਿਰੀ ਵਿਭਾਗ ਦੇ ਵਿੱਚ ਜਿਹੜਾ ਇਹਨਾਂ ਨੇ ਮਤਲਬ ਉਹ ਪੁਨਰ ਨਿਵਾਸ ਦੇ ਥਾਂ ਦੇ ਨਾਂ ਥੱਲੇ ਇਹਨਾਂ ਨੇ ਮਤਲਬ ਉੱਥੇ ਵੀ ਪੋਸਟਾਂ ਤੇ ਜਿਹੜਾ ਬਹੁਤ ਵੱਡਾ ਕੱਟ ਲਾਇਆ। ਪਤਾ ਨਹੀਂ ਕਿਉਂ ਧੜਾ ਧੜ ਜਿਹੜਾ ਪੋਸਟਾਂ ਹਰ ਸਾਰੇ ਮਹਿਕਮੇ ਤੁਹਾਡੇ ਵਾਲਾ ਮੰਨ ਲੈਂਦੇ ਆ, ਬਠਿੰਡਾ ਥਰਮਲ ਪਲਾਂਟ ਨੂੰ ਜੋ ਡਿਸਮੈਂਟਲੀ ਕੀਤਾ ਜਾ ਰਿਹਾ ਹੈ, ਚਲੋ ਮੰਨ ਲੈਂਦੇ ਆ। ਤੁਹਾਡੀ ਰੋਪੜ ਵਾਲਿਆਂ ਨਾਲ ਗੱਲ ਹੋਈ ਹੈ ਕਰਮਚਾਰੀਆਂ ਨਾਲ, ਕਿਉਂਕਿ ਰੋਪੜ ਦੇ ਵੀ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ। ਸਾਡੀ ਤਾਲਮੇਲ ਕਮੇਟੀ ਬਣੀ ਹੋਈ ਹੈ, ਥਰਮਲ ਐਮਪਲਾਈਜ਼ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਹੈ, ਉਹਦੇ ਵੱਲੋਂ ਅਸੀਂ ਸੋਮਵਾਰ ਨੂੰ ਜਿਹੜਾ ਇਹਨਾਂ ਨੂੰ ਪੱਤਰ ਵੀ ਲਿਖ ਰਹੇ ਆ ਮੈਨੇਜਮੈਂਟ ਨੂੰ, ਤੇ ਅੱਗੇ ਵੀ ਆਪਣਾ ਅਸੀਂ ਪ੍ਰੋਗਰਾਮ ਬਣਾਵਾਂਗੇ। ਤੇ ਉੱਥੋਂ ਵੀ 1049 ਜਿਹੜੀਆਂ ਅਸਾਮੀਆਂ, ਇੱਕ ਤੇ ਜਿਹੜੇ 2 ਯੂਨਿਟ ਉੱਥੇ ਬੰਦ ਕੀਤੇ ਆ ਉਹਨਾਂ ਦੇ ਗੇਸ ਜਿਹੜੀਆਂ ਰਚੀਆਂ ਗਈਆਂ ਸੀ ਅਸਾਮੀਆਂ, 1049 ਅਸਾਮੀਆਂ ਉੱਥੇ ਵੀ ਜਿਹੜੀਆਂ ਇਹਨਾਂ ਨੇ ਖਤਮ ਕੀਤੀਆਂ। ਟੋਟਲ 3200 ਤੋਂ ਵੱਧ ਪੋਸਟਾਂ, 3216 ਪੋਸਟਾਂ ਜਿਹੜੀਆਂ ਉਹ ਇਹਨਾਂ ਨੇ ਅਬੋਲਿਸ਼ ਕੀਤੀਆਂ ਜਿਹੜੀਆਂ ਅਸਾਮੀਆਂ, ਤੇ ਇਹ ਸਮਝ ਲਓ ਵੀ 3200 ਪਰਿਵਾਰ ਨੂੰ ਰੁਜ਼ਗਾਰ ਮਿਲ ਸਕਦਾ ਸੀ ਪੰਜਾਬ ਦੇ ਲੋਕਾਂ ਨੂੰ। ਤੁਹਾਨੂੰ ਲੱਗਦਾ ਕਿ ਰੋਪੜ ਦੇ ਥਰਮਲ ਪਲਾਂਟ ਦੀ ਇਸ ਤੋਂ ਬਾਅਦ ਵਾਰੀ ਹੈ? ਦੇਖੋ ਜੀ, ਜੋ ਆਹਲੂਵਾਲੀਆ ਕਮੇਟੀ ਹੈ ਜਿਹੜੀ ਮਾਊਂਟ ਟੇਕ ਸਿੰਘ ਆਹਲੂਵਾਲੀਆ ਨੇ ਜਿਹੜੀ ਰਿਪੋਰਟ ਦਿੱਤੀ ਹੈ, ਉਹਦੀ ਅਸੀਂ ਉਹਨੂੰ ਵੈਸੇ ਤਾਂ ਅਸੀਂ ਉਹਨੂੰ ਮੁੱਢੋਂ ਹੀ ਰੱਦ ਕਰ ਚੁੱਕੇ ਆ ਕਿ ਉਹ ਉਸ ਨੂੰ ਸਰਕਾਰ ਨੂੰ ਉਹਦੀ ਗੱਲ ਜਿਹੜੀ ਨਹੀਂ ਸੁਣਨੀ ਚਾਹੀਦੀ, ਕਿਉਂਕਿ ਉਹ ਜਿਹੜਾ ਮਾਊਂਟ ਟੇਕ ਸਿੰਘ ਆਹਲੂਵਾਲੀਆ ਹੈ ਉਹ ਤਾਂ ਇੱਕ ਕਾਰਪੋਰੇਟ ਘਰਾਣਿਆਂ ਦਾ ਇੱਕ ਪਾਲਿਆ ਹੋਇਆ ਐਂ ਕਹਿ ਲਓ ਵੀ ਦਲਾਲ ਹੈ, ਤੇ ਉਹਦੀਆਂ ਜਿਹੜੀਆਂ ਗੱਲਾਂ ਹੈ ਉਹ ਉਹਨਾਂ 'ਚ ਕੋਈ ਵਜਨ ਨਹੀਂ ਹੈ ਕਿ ਸਰਕਾਰੀ ਥਰਮਲ ਪਲਾਂਟ ਬਿਲਕੁਲ ਹੀ ਬੰਦ ਕਰ ਦਿਓ ਤੇ ਜਿਹੜੀ ਹੈ ਬਿਜਲੀ ਦੇ ਵਾਸਤੇ ਨਿਰਭਰ ਹੋ ਜਾਣ ਪੰਜਾਬ ਦੇ ਲੋਕ ਪ੍ਰਾਈਵੇਟ ਕੰਪਨੀਆਂ ਦੇ ਉੱਤੇ। ਤੇ ਆ ਤੁਸੀਂ ਵੇਖਿਆ ਹੋਣਾ ਕਿ ਰਾਜਪੁਰੇ ਵਾਲੀ ਕੰਪਨੀ ਜਿਹੜੀ ਹੈ ਉਹ ਭੱਜਣ ਨੂੰ ਫਿਰਦੀ ਹੈ, ਔਰ ਉਹਨਾਂ ਨੇ ਸਾਡੇ ਮਹਿਕਮੇ ਨੂੰ ਲੈਟਰ ਲਿਖਿਆ ਕਿ ਅਸੀਂ ਥਰਮਲ ਵੇਚਣਾ, ਸਾਡੇ ਤੋਂ ਲੈ ਲਓ ਤੁਸੀਂ। ਤੇ ਜੇ ਕੱਲ ਨੂੰ ਪ੍ਰੋਬਲਮ ਆ ਜਾਂਦੀ ਹੈ ਤਾਂ ਜੇ ਇਹ ਵੀ ਭੱਜ ਜਾਂਦੇ ਬਾਣਾਵਾਲੀ ਵਾਲੇ, ਤਾਂ ਫਿਰ ਸਰਕਾਰੀ ਥਰਮਲ ਉਹ ਬੰਦ ਕਰਵਾਈ ਜਾਂਦੇ ਆ, ਤਾਂ ਫਿਰ ਬਿਜਲੀ ਲੋਕਾਂ ਨੂੰ ਕਿੱਥੋਂ ਮਿਲੂਗੀ? ਬੰਦ ਵੀ ਕਰਵਾ ਰਹੇ ਆ, ਢਾਹ ਵੀ ਰਹੇ ਆ, ਤਾਂ ਖਤਮ ਹੀ ਹੋ ਰਹੇ ਆ। ਹਾਂ, ਤੇ ਤੁਹਾਡਾ ਕੀ ਕਹਿਣਾ ਹੈ? ਤੁਹਾਡੇ ਜਿਸ ਤਰ੍ਹਾਂ ਪਹਿਲਾਂ ਵੀ ਭਰੋਸਾ ਦਿੱਤਾ ਗਿਆ ਸੀਗਾ, ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਨੇ ਬਾਕਾਇਦਾ ਇਹ ਭਰੋਸਾ ਦਿੱਤਾ ਹੋਇਆ ਕਿ ਜਿਹੜੀਆਂ 4 ਚਿਮਨੀਆਂ ਨੇ ਬਠਿੰਡਾ ਦੇ ਥਰਮਲ ਪਲਾਂਟ ਦੀਆਂ ਉਹ ਨਹੀਂ ਢਾਈਆਂ ਜਾਣਗੀਆਂ, ਤੇ ਬਾਕੀ ਥਰਮਲ ਦੀ ਜਿਹੜੀ ਮਸ਼ੀਨਰੀ ਹੈ ਹੋਰ ਜੋ ਹੈ ਉਹ ਡਿਸਮੈਂਟਲ ਕੀਤਾ ਜਾਊਗਾ, ਪਰ ਬਠਿੰਡਾ ਦੀਆਂ ਚਿਮਨੀਆਂ ਜਿਹੜੀਆਂ ਨੇ ਉਹ ਵਿਰਾਸਤ ਦੇ ਰੂਪ 'ਚ ਰੱਖੀਆਂ ਜਾਣਗੀਆਂ। ਔਰ ਨਾਲ ਹੀ ਝੀਲਾਂ ਬਾਰੇ ਵੀ ਮਤਲਬ ਲਗਾਤਾਰ ਬਿਆਨ ਆ ਰਹੇ ਨੇ ਕਿ ਉਹ ਵੀ ਪਾਣੀ ਦੀ ਸਪਲਾਈ ਨਾਲ ਜੁੜੇ ਜਾਣਗੀਆਂ। ਇਹ ਵਾਅਦਿਆਂ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਜੀ, ਜਿਹੜਾ ਯਕੀਨ ਜਦੋਂ ਇੱਕ ਵਾਰ ਟੁੱਟ ਜਾਵੇ ਤਾਂ ਫਿਰ ਉਸ ਕੋਈ ਸਰਕਾਰ ਹੋਵੇ ਚਾਹੇ ਕੋਈ ਇੰਡੀਵਿਜੂਅਲ ਬੰਦਾ ਹੋਵੇ, ਉਹ 'ਤੇ ਯਕੀਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਇਹ ਯਕੀਨ ਹੁਣ ਇੱਕ ਵਾਰ ਨਹੀਂ ਟੁੱਟਿਆ। ਪਹਿਲਾਂ ਤਾਂ ਇਹਨਾਂ ਨੇ ਥਰਮਲ ਦਾ ਕਿਹਾ ਸੀ ਵੀ ਅਸੀਂ ਚਲਾਵਾਂਗੇ, ਸਾਡੀ ਸਰਕਾਰ ਆ ਗਈ ਤਾਂ ਉਹ ਯਕੀਨ ਸਾਡਾ ਟੁੱਟਿਆ। ਫਿਰ ਸੂਰਜੀ ਊਰਜਾ ਦਾ BOD ਨੇ ਪਾਸ ਕੀਤਾ, ਉਹ ਇਹਨਾਂ ਨੇ ਕਿਹਾ ਵੀ ਅਸੀਂ ਮਨਜ਼ੂਰੀ ਦੇਵਾਂਗੇ, ਫਿਰ ਸਾਡਾ ਯਕੀਨ ਟੁੱਟਿਆ। ਫਿਰ ਇਹਨਾਂ ਨੇ ਕਿਹਾ ਵੀ ਪਰਾਲੀ ਤੇ ਅਸੀਂ ਯੂਨਿਟ ਚਲਾਵਾਂਗੇ, BOD ਨੇ ਉਹ ਪਾਸ ਕੀਤਾ, ਉਹ ਸਾਡਾ ਯਕੀਨ ਟੁੱਟਿਆ। ਤੇ ਹੁਣ ਵਾਰ-ਵਾਰ ਜਿਹੜਾ ਇਹ ਕਹਿ ਰਹੇ ਆ ਕਿ ਜਿਹੜੇ ਟਾਵਰ ਹੈ ਇਹਦੇ ਕੂਲਿੰਗ ਟਾਵਰ ਹੈ ਤੇ ਜਿਹੜੀਆਂ ਇਹਦੀਆਂ ਝੀਲਾਂ ਹੈਗੀਆਂ ਵੀ ਝੀਲਾਂ ਦੀ ਵਰਤੋਂ ਅਸੀਂ ਪਾਣੀ ਵਾਸਤੇ ਕਰਾਂਗੇ, ਤੇ ਉਹ ਜਿਹੜੀ ਆ ਵਿਰਾਸਤ ਹੈ ਉਹ ਖੜੀ ਰਹੂਗੀ, ਉਹਨਾਂ ਨੂੰ ਨਹੀਂ ਢਾਵਾਂਗੇ। ਸਾਨੂੰ ਤਾਂ ਕੋਈ ਯਕੀਨ ਨਹੀਂ ਹੈ, ਹੁਣ ਬਿਲਕੁਲ ਯਕੀਨ ਨਹੀਂ ਰਹਿ ਗਿਆ ਕਿ ਇਹ ਬਸ ਇੱਕ ਵਾਰੀ ਲੋਕਾਂ ਦਾ ਗੁੱਸਾ ਠੰਡਾ ਕਰਨ ਦੇ ਵਾਸਤੇ, ਤੇ ਉਹ ਮਤਲਬ ਸਟੈਪ ਬਾਈ ਸਟੈਪ ਹੈ ਇਹ ਵੀ। ਪਹਿਲਾਂ ਤਾਂ ਅਸੀਂ ਮਸ਼ੀਨਰੀ ਕੱਲੀ ਇਹਨੂੰ ਡਿਸਮੈਂਟਲ ਕਰਨਾ ਹੈ, ਮਗਰੋਂ ਲੋਕਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਸਵੇਰੇ ਉੱਠੇ ਤੇ ਜਿਹੜੇ ਟਾਵਰ ਇਹਨਾਂ ਨੂੰ ਦਿਸੇ ਹੀ ਨਾ, ਇਹਨਾਂ ਨੇ ਰਾਤੇ ਰਾਤ ਜਿਹੜੀ ਆ ਉਸ ਮਤਲਬ ਮਿੰਟਾਂ ਦਾ ਕੰਮ ਹੀ ਹੁੰਦਾ ਹੈ ਜਿਹੜਾ ਜਦੋਂ ਉਹਨਾਂ ਦੀ ਕਾਰਵਾਈ ਕਰਨੀ ਆਪਾਂ ਵੇਖਿਆ ਹੀ ਆ, ਪਹਿਲਾਂ ਨੈੱਟ ਤੇ ਵੀ ਵੇਖਦੇ ਆ, ਪਾਣੀਪਤ ਵਾਲਾ ਵੀ ਆਪਾਂ ਵੇਖਿਆ ਡਿੱਗਦਾ ਹੋਇਆ। ਸੋ ਉਹ ਸਿਰਫ ਮਿੰਟਾਂ ਸਕਿੰਟਾਂ ਦੀ ਕਾਰਵਾਈ ਹੁੰਦੀ ਹੈ ਤੇ ਲੋਕਾਂ ਨੂੰ ਪਤਾ ਨਹੀਂ ਲੱਗਣ ਦੇਣਾ ਇਹਨਾਂ ਨੇ। ਇਹ ਸਿਰਫ ਮੌਕੇ ਤੇ ਅੱਖਾਂ ਪੂੰਝਣ ਵਾਲੀ ਗੱਲ ਕਹਿ ਸਕਦੇ ਹਾਂ। ਬਿਲਕੁਲ। ਅੱਛਾ, ਅੱਗੇ ਤੁਹਾਡਾ ਕੀ ਜਿਸ ਤਰ੍ਹਾਂ ਤੁਸੀਂ ਉਸ ਦਿਨ ਵੀ ਪ੍ਰਦਰਸ਼ਨ ਕੀਤਾ, ਜਿਹੜਾ ਥਰਮਲ ਦੇ ਅੱਗੇ ਪ੍ਰਦਰਸ਼ਨ ਕੀਤਾ, ਉਸ ਤੋਂ ਬਾਅਦ ਤੁਹਾਡੇ ਤੇ ਪਰਚੇ ਵਗੈਰਾ ਵੀ ਮੈਂ ਸੁਣਿਆ ਹੋਏ ਨੇ, ਉਹਦੇ ਬਾਰੇ 'ਚ ਕੀ ਕਹਿਣਾ? ਕਿਉਂਕਿ 9 ਤਰੀਕ ਨੂੰ ਜਦੋਂ ਆਕਸ਼ਨ ਚੱਲ ਰਹੀ ਸੀ, ਇਸ ਥਰਮਲ ਪਲਾਂਟ ਦੀ ਬੋਲੀ ਚੱਲ ਰਹੀ ਸੀ, ਉਸ ਵੇਲੇ ਤੁਸੀਂ ਪ੍ਰੋਟੈਸਟ ਕੀਤਾ, ਉਸ ਦੇ ਸੰਬੰਧ 'ਚ ਬਾਕਾਇਦਾ ਪਰਚੇ ਵੀ ਕੁਛ ਹੋਏ ਆ ਤੁਹਾਡੇ ਤੇ? ਹਾਂਜੀ, ਉਹ ਜਿਹੜੀ ਹੈ ਥਾਣਾ ਥਰਮਲ ਦੀ ਪੁਲਿਸ ਹੈ, ਉਹਨਾਂ ਨੇ ਮਤਲਬ ਸਾਡੇ 40-50 ਮੁਲਾਜ਼ਮਾਂ ਦੇ ਉੱਤੇ ਅਣਪਛਾਤੇ ਕਹਿ ਕੇ
ਉਹਨਾਂ ਨੇ ਕੋਈ FIR ਵਗੈਰਾ ਕੱਟੀ ਹੈਗੀ ਹੈ। ਤੇ ਉਹ ਚਲੋ ਕੋਈ ਗੱਲ ਨਹੀਂ, ਜੋ ਸਰਕਾਰ ਦਾ ਕੰਮ ਹੈ, ਸਰਕਾਰ ਨੇ ਜਦੋਂ ਕਿਸੇ ਟ੍ਰੇਡ ਯੂਨੀਅਨ ਲਹਿਰ ਨੂੰ ਦਬਾਉਣਾ ਹੁੰਦਾ ਹੈ ਤਾਂ ਉਹ ਇਦਾਂ ਦੇ ਹੱਥ ਕੱਢੇ ਵਰਤਦੀਆਂ ਹੀ ਨੇ। ਸਾਡੇ ਤੇ ਕਿਹੜਾ ਕੋਈ ਪਹਿਲੀ ਵਾਰੀ ਪਰਚੇ ਹੋਏ ਆ, ਜਾਂ ਅਸੀਂ ਕਦੇ ਕੋਈ ਜੇਲ੍ਹ ਨਹੀਂ ਵੇਖੀ, ਜਾਂ ਅਸੀਂ ਕਿਤੇ ਕੋਈ ਹਵਾਲਾਤ ਨਹੀਂ ਵੇਖੀ। ਮੈਂ ਤਾਂ ਛੋਟੀ ਜਿਹੀ ਉਮਰ ਦਾ ਸੀ ਜਦੋਂ ਇਹਨਾਂ ਕੰਮਾਂ ਦੇ ਵਿੱਚ ਟ੍ਰੇਡ ਯੂਨੀਅਨ ਲਾਈਨ ਦੇ ਵਿੱਚ ਪਿਆ ਹੋਇਆ, ਤੇ ਬੜਾ ਕੁਝ ਵੇਖਿਆ। ਕੋਈ ਗੱਲ ਨਹੀਂ, ਇਹ ਪਰਚੇ ਵੀ ਜਿਹੜੇ ਹੋਏ ਆ ਤੇ ਪਰ ਇਹਦੀ ਅਸੀਂ ਇਸ ਗੱਲੋਂ ਅਸੀਂ ਨਿਖੇਧੀ ਕਰਦੇ ਆ ਇਸ ਗੱਲ ਦੀ ਕਿ ਸਾਨੂੰ ਪਰਚਿਆਂ ਦਾ ਦੁੱਖ ਨਹੀਂ ਹੈ। ਸਾਨੂੰ ਦੁੱਖ ਇਹ ਹੈ ਕਿ ਜਦੋਂ ਕਾਂਗਰਸ ਪਾਰਟੀ ਨੇ ਆਪ ਤੇ ਫੰਕਸ਼ਨ ਕਰਨੇ ਹੁੰਦੇ ਆ, ਜਾਂ ਵਿੱਤ ਮੰਤਰੀ ਸਾਹਿਬ ਨੇ ਕੋਈ ਪ੍ਰੈਸ ਕਾਨਫਰੰਸ ਕਰਨੀ ਹੁੰਦੀ ਹੈ, ਉਦੋਂ ਕੋਈ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਜਾਂਦਾ, ਕੋਈ ਉਦੋਂ ਸੈਨੀਟਾਈਜ਼ਰ ਨਹੀਂ ਵਰਤਿਆ ਜਾਂਦਾ, ਕੋਈ ਉਦੋਂ ਹੋਰ ਜਿਹੜੀ ਹੈ DC ਸਾਹਿਬ ਦੇ ਹੁਕਮਾਂ ਦੀ ਪਾਲਣਾ, ਸਰਕਾਰ ਦੇ ਹੁਕਮਾਂ ਦੀ ਪਾਲਣਾ ਸਰਕਾਰ ਆਪ ਹੀ ਨਹੀਂ ਕਰਦੀ, ਤੇ ਉਦੋਂ ਤਾਂ ਕੋਈ ਇਹਨਾਂ ਦੇ ਪਰਚੇ ਨਹੀਂ ਹੁੰਦੇਗੇ। ਤੇ ਜਦੋਂ ਟ੍ਰੇਡ ਯੂਨੀਅਨਾਂ ਦਾ ਕੋਈ ਰੌਲਾ ਪਾਉਂਦੀਆਂ ਜਾਂ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਪਾਉਂਦੀਆਂ, ਫਿਰ ਇਹਨਾਂ ਨੂੰ ਕੋਵਿਡ 19 ਯਾਦ ਆ ਜਾਂਦਾ। ਅੱਛਾ ਚਲੋ ਇਹ ਛੱਡੀਏ, ਆਪਾਂ ਗੱਲ ਕਰੀਏ ਕਿ ਇਸ ਥਰਮਲ ਪਲਾਂਟ ਨੂੰ ਹੁਣ ਢਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਅੰਤਿਮ ਗੇੜ ਦੇ ਵਿੱਚ ਹੈ। ਤੁਹਾਨੂੰ ਲੱਗਦਾ ਕੋਈ ਹਲੇ ਵੀ ਤੁਹਾਡੇ ਕੋਲ ਕੋਈ ਯਤਨ ਬਾਕੀ ਹੈ ਇਸ ਨੂੰ ਰੋਕਣ ਲਈ? ਹਾਂਜੀ, ਅਸੀਂ ਮਤਲਬ ਕੋਰਟ ਦੇ ਵਿੱਚ ਵੀ ਜਾ ਰਹੇ ਹਾਂ, ਇਹਨੂੰ ਚੈਲੰਜ ਕਰ ਰਹੇ ਹਾਂ ਕਿ ਇਹ 715 ਕਰੋੜ ਰੁਪਇਆ ਇਸ ਤੇ ਜਿਹੜਾ ਲੱਗਿਆ ਹੈਗਾ ਇਹਦੀ ਮਸ਼ੀਨਰੀ ਦੇ ਉੱਤੇ, ਤੇ ਇਹਨੂੰ ਮਹਿਜ 164 ਕਰੋੜ ਦੇ ਵਿੱਚ ਵੇਚਿਆ ਜਾ ਰਿਹਾ, ਤੇ ਬਹੁਤ ਵੱਡਾ ਜਿਹੜਾ ਇਹ ਘੁਟਾਲਾ ਹੈਗਾ। ਅਸੀਂ ਸੁਪਰੀਮ ਕੋਰਟ ਤੋਂ ਮੰਗ ਕਰਾਂਗੇ ਕਿ ਇਹਦੀ ਕਿਸੇ ਨਿਰਪੱਖ ਏਜੰਸੀ ਤੋਂ ਜਿਹੜੀ ਆ ਜਾਂਚ ਕਰਵਾਵੇ। ਅਸੀਂ ਬਹੁਤ ਥੋੜੇ ਦਿਨਾਂ ਦੇ ਵਿੱਚ ਹੀ ਆ ਹਾਈ ਕੋਰਟ ਦੇ ਵੱਲ ਰੁਖ ਕਰ ਰਹੇ ਹਾਂ। ਸਾਡਾ ਜਿਹੜਾ ਜੋ ਡਰਾਫਟ ਵਗੈਰਾ ਹੈਗਾ ਅਸੀਂ ਤਿਆਰ ਕਰ ਲਿਆ ਸਾਡੇ ਵਕੀਲ ਨੇ, ਤੇ ਉਹਦੇ ਵਾਸਤੇ ਅਸੀਂ ਅਦਾਲਤ ਦਾ ਕੁੰਡਾ ਵੀ ਖੜਕਾਵਾਂਗੇ। ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਹਰ ਚਾਰਾ ਕਰਾਂਗੇ, ਜਿੰਨਾ ਚਿਰ ਸਾਡੇ ਵਿੱਚ ਸਾਹ ਵਗਦੇ ਆ ਅਸੀਂ ਇਸ ਥਰਮਲ ਨੂੰ ਬਚਾਉਣ ਦੇ ਵਾਸਤੇ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ। ਸੋ ਇਹ ਸਨ ਗੁਰਸੇਵਕ ਸਿੰਘ ਸੰਧੂ ਜੋ ਵਿਚਾਰ ਦੇ ਰਹੇ ਸਨ ਮੁਲਾਜ਼ਮ ਜਥੇਬੰਦੀ ਵੱਲੋਂ ਬਠਿੰਡਾ ਦੇ ਥਰਮਲ ਪਲਾਂਟ ਨੂੰ ਢਾਉਣ ਦੀ ਪ੍ਰਕਿਰਿਆ ਦੇ ਸੰਬੰਧ ਦੇ ਵਿੱਚ। ਇਹਨਾਂ ਨੇ ਜੋ ਵੱਡੀ ਗੱਲ ਕਹੀ ਹੈ ਉਹ ਇਹ ਕਹੀ ਹੈ ਕਿ ਹਾਲਾਂਕਿ ਬਠਿੰਡਾ ਦੇ ਥਰਮਲ ਪਲਾਂਟ ਨੂੰ ਢਾਉਣ ਦੀ ਜਿਹੜੀ ਪ੍ਰਕਿਰਿਆ ਉਹ ਅੰਤਿਮ ਗੇੜ ਦੇ ਵਿੱਚ ਪੁੱਜ ਚੁੱਕੀ ਹੈ। ਟੈਂਡਰ ਹੋ ਚੁੱਕੇ ਨੇ 164 ਕਰੋੜ ਦੇ ਵਿੱਚ ਮੁੰਬਈ ਦੀ ਫਰਮ ਨੂੰ, ਔਰ ਹਫ਼ਤੇ 10 ਦਿਨ ਦੇ ਵਿੱਚ ਜਿਹੜੇ ਹੈ ਉਹ ਸੇਲ ਆਰਡਰ ਵੀ ਇਸ ਦੇ ਜਾਰੀ ਹੋ ਜਾਣੇ ਪਾਵਰਕਾਮ ਵੱਲੋਂ, ਔਰ ਇਸ ਨੂੰ ਢਾਉਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਜਾਣੀ ਹੈ। ਪਰ ਮੁਲਾਜ਼ਮ ਜਥੇਬੰਦੀ ਨੇ ਇਸ ਦੌਰ ਦੇ ਵਿੱਚ ਪਹੁੰਚੇ ਹੋਈ ਇਸ ਪ੍ਰਕਿਰਿਆ ਦੇ ਮਾਮਲੇ ਦੇ ਵਿੱਚ ਅਜੇ ਵੀ ਜਿਹੜਾ ਆਪਦਾ ਹੌਸਲਾ ਨਹੀਂ ਛੱਡਿਆ। ਇਹਨਾਂ ਦਾ ਕਹਿਣਾ ਹੈ ਕਿ ਉਹ ਸੁਪਰੀਮ ਕੋਰਟ ਤੱਕ ਇਸ ਸਰਕਾਰ ਦੀ ਇਸ ਪ੍ਰਕਿਰਿਆ ਨੂੰ ਚੈਲੰਜ ਕਰਨਗੇ। ਔਰ ਇਹ ਵੀ ਦੱਸ ਦਈਏ, ਯਾਦ ਕਰਾ ਦਈਏ ਕਿ ਪਿਛਲੇ ਅਜੇ ਕੁਝ ਦਿਨ ਪਹਿਲਾਂ ਹੀ ਜਿਹੜਾ ਕੇਂਦਰ ਸਰਕਾਰ ਵੱਲੋਂ ਇਸ ਥਰਮਲ ਪਲਾਂਟ ਦਾ 1 ਯੂਨਿਟ ਪਰਾਲੀ ਦੇ ਚਲਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ, ਪਰ ਸਾਰੀਆਂ ਚੀਜ਼ਾਂ ਵਿੱਚ ਰਹਿ ਗਈਆਂ ਕਿਉਂਕਿ ਆਖਿਰ ਸੂਬਾ ਸਰਕਾਰ ਨੇ ਦੇਖਣਾ ਹੁੰਦਾ ਹੈ ਕਿ ਉਹਨੇ ਕਰਨਾ ਕੀ ਹੈ। ਤੇ ਹੁਣ ਵੇਖਣਾ ਹੋਵੇਗਾ ਕਿ ਮੁਲਾਜ਼ਮ ਜਥੇਬੰਦੀ ਅੱਗੇ ਕਿਸ ਤਰ੍ਹਾਂ ਦਾ ਸਟੈਂਡ ਲੈਂਦੀ ਹੈ। ਅਗਰ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕੀਤਾ ਜਾਂਦਾ ਤਾਂ ਫਿਰ ਇਹ ਪ੍ਰਕਿਰਿਆ ਕਿਸ ਜਿਹੜਾ ਪੜਾਅ ਤੱਕ ਪਹੁੰਚਦੀ ਹੈ, ਇਹ ਸਾਰਾ ਕੁਝ ਅੱਗੇ ਦੇਖਣਾ ਹੋਵੇਗਾ। ਤੁਸੀਂ ਬਣੇ ਰਹੋ ਸਾਡੇ ਨਾਲ, ਹੋਰ ਜਾਣਕਾਰੀਆਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਤੇ ਬੁਲੇਟਿਨ ਦੇ ਅੰਤ ਵਿੱਚ ਗੱਲ ਕਰਦੇ ਹਾਂ ਮੌਸਮ ਦੀ। ਭਾਦੋਂ ਦੀ ਗਰਮੀ ਜਿਹੜੀ ਹੈ ਉਹ ਹੁਮਸ ਭਰੀ ਹੁੰਦੀ ਹੈ ਔਰ ਬਰਦਾਸ਼ਤ ਦੇ ਕਾਬਿਲ ਨਹੀਂ ਹੁੰਦੀ, ਔਰ ਇਸੇ ਤਰ੍ਹਾਂ ਦੀ ਗਰਮੀ ਅੱਜ ਕੱਲ੍ਹ ਪੈ ਰਹੀ ਹੈ। ਬਠਿੰਡਾ ਖੇਤਰ ਦੇ ਵਿੱਚ ਹੁਮਸ ਭਰੀ ਗਰਮੀ ਲੋਕਾਂ ਨੂੰ ਸਤਾ ਰਹੀ ਹੈ। 38 ਡਿਗਰੀ ਤੋਂ ਪਾਰ ਜਿਹੜਾ ਉਹ ਤਾਪਮਾਨ ਪਹੁੰਚ ਰਿਹਾ ਹੈ, ਜਿੱਥੋਂ ਤੱਕ ਮੌਸਮ ਵਿਭਾਗ ਦਾ ਅਨੁਮਾਨ ਹੈ ਅਗਲੇ ਦਿਨਾਂ ਦੇ ਵਿੱਚ ਵੀ ਇਸ ਹੁਮਸ ਭਰੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਕਰੀਬ 5 ਤੋਂ 7 ਦਿਨ ਤੱਕ ਬਾਰਿਸ਼ ਹੋਣ ਦੀ ਕੋਈ ਸੰਭਾਵਨਾ ਜਿਹੜੀ ਉਹ ਮੌਸਮ ਵਿਭਾਗ ਵੱਲੋਂ ਨਹੀਂ ਜਤਾਈ ਗਈ। ਸੋ ਇਹ ਸਨ ਬਠਿੰਡਾ ਖਬਰਨਾਮਾ ਦੀਆਂ ਹੁਣ ਤੱਕ ਦੀਆਂ ਖਬਰਾਂ। ਨਵੀਆਂ ਤੇ ਹੋਰ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਅਸੀਂ ਗੱਲ ਕਰਾਂਗੇ ਬਠਿੰਡਾ ਦੇ ਥਰਮਲ ਪਲਾਂਟ ਦੀ। ਬਠਿੰਡਾ ਦਾ ਥਰਮਲ ਪਲਾਂਟ ਜਿਸ ਨੇ 50 ਸਾਲ ਤੱਕ ਲਗਾਤਾਰ ਪੰਜਾਬ ਨੂੰ ਰੌਸ਼ਨੀ ਬਖਸ਼ੀ ਤੇ ਨਾਲ ਹੀ ਹਰੀ ਕ੍ਰਾਂਤੀ ਦੇ ਵਿੱਚ ਪੰਜਾਬ ਨੂੰ ਮੋਢੀ ਬਣਾਇਆ। ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਹਾੜੇ ਮੌਕੇ ਇਹ ਥਰਮਲ ਪਲਾਂਟ ਹੋਂਦ ਦੇ ਵਿੱਚ ਆਇਆ ਤੇ ਆਖਿਰ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੂਬੇ ਦੀ ਮੌਜੂਦਾ ਸਰਕਾਰ ਨੇ ਇਸ ਦਾ ਪੂਰੀ ਤਰ੍ਹਾਂ ਭੋਗ ਪਾ ਦਿੱਤਾ ਤੇ 9 ਸਤੰਬਰ 2020 ਨੂੰ ਬਾਕਾਇਦਾ ਇਸ ਦੀ ਬੋਲੀ ਹੋ ਚੁੱਕੀ ਹੈ। ਆਕਸ਼ਨ ਜਿਸ ਨੂੰ ਕਿਹਾ ਜਾਂਦਾ ਹੈ, ਯਾਨੀ ਇੰਟਰਨੈਟ ਦੇ ਥਰੂ ਬੋਲੀ ਹੋਈ। ਬਹੁਤ ਸਾਰੀਆਂ ਫਰਮਾਂ ਨੇ ਦਿਲਚਸਪੀ ਦਿਖਾਈ ਇਸ ਥਰਮਲ ਪਲਾਂਟ ਨੂੰ ਢਾਉਣ ਵਾਸਤੇ। ਇਸ ਪਾਵਰਕਾਮ ਵੱਲੋਂ ਜੋ ਬੋਲੀ ਕੀਤੀ ਗਈ, ਉਸ ਬੋਲੀ ਦੇ ਵਿੱਚ ਜਿਹੜਾ ਇਹ ਥਰਮਲ ਪਲਾਂਟ ਢਾਉਣ ਦਾ ਜਿਹੜਾ ਠੇਕਾ ਹੈ ਉਹ ਮੁੰਬਈ ਦੀ ਇੱਕ ਫਰਮ ਨੂੰ ਦੇ ਦਿੱਤਾ ਗਿਆ। 164 ਕਰੋੜ ਦੇ ਵਿੱਚ ਇਹ ਠੇਕਾ ਜਿਹੜਾ ਦਿੱਤਾ ਗਿਆ ਤੇ ਅਗਲੇ ਹਫ਼ਤੇ ਕੁ ਦੇ ਵਿੱਚ ਇਸ ਥਰਮਲ ਪਲਾਂਟ ਨੂੰ ਢਾਉਣ ਲਈ ਜੋ ਕਹਿ ਲਈਏ ਕਿ ਸੇਲ ਆਰਡਰ ਪਾਵਰਕਾਮ ਵੱਲੋਂ ਜਾਰੀ ਕਰ ਦਿੱਤੇ ਜਾਣਗੇ। ਉਸ ਤੋਂ ਬਾਅਦ ਕਦੋਂ ਵੀ ਸੰਬੰਧਿਤ ਕੰਪਨੀ ਜਿਹੜੀ ਹੈ ਇਸ ਥਰਮਲ ਪਲਾਂਟ ਨੂੰ ਢਾਉਣ ਦੀ ਪ੍ਰਕਿਰਿਆ ਹੈ ਉਹ ਸ਼ੁਰੂ ਕਰ ਦੇਵੇਗੀ।
ਸਮਝ ਸਕਦੇ ਹੋ ਕਿ ਬਠਿੰਡਾ ਥਰਮਲ ਪਲਾਂਟ ਹੁਣ ਯਾਦਾਂ ਦੇ ਵਿੱਚ ਰਹੇਗਾ। ਬਠਿੰਡਾ ਦਾ ਥਰਮਲ ਪਲਾਂਟ ਇਸ ਕਰਕੇ ਬਹੁਤ ਜ਼ਿਆਦਾ ਅਹਿਮ ਹੋ ਜਾਂਦਾ ਹੈ ਕਿ ਉਸ ਵੇਲੇ ਜਦੋਂ ਪੰਜਾਬ ਨੂੰ ਬਿਜਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਪੰਜਾਬ ਨੂੰ ਰੋਸ਼ਨਾਉਣ ਦੇ ਲਈ, ਜਦੋਂ ਕਹਿ ਲਈਏ ਬਠਿੰਡਾ ਦਾ ਇੱਕ ਵੱਡਾ ਖੇਤਰ ਕਈ ਜ਼ਿਲ੍ਹੇ ਬਠਿੰਡਾ ਦੇ ਆਸ-ਪਾਸ ਦੇ ਵਿੱਚ ਮਿਲਾ ਲਈਏ ਤਾਂ ਉਸ ਵੇਲੇ ਇੱਕ ਹਨੇਰੇ ਦੇ ਵਿੱਚ ਡੁੱਬੇ ਹੋਏ ਸੀ, ਬਿਜਲੀ ਬਹੁਤ ਘੱਟ ਸੀ। ਤਾਂ ਇਸ ਥਰਮਲ ਪਲਾਂਟ ਦੇ ਆਉਣ ਤੋਂ ਬਾਅਦ ਜਿੱਥੇ ਘਰ ਘਰ ਰੌਸ਼ਨੀ ਪਹੁੰਚੀ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹੋਂਦ 'ਚ ਆਇਆ ਸੀ ਔਰ ਪੂਰੇ ਪੰਜਾਬ ਨੂੰ ਪ੍ਰਕਾਸ਼ ਦਿੱਤਾ, ਰੌਸ਼ਨੀ ਦਿੱਤੀ। 50 ਸਾਲ ਤੱਕ ਲਗਾਤਾਰ ਪੰਜਾਬ ਨੂੰ ਇਹ ਥਰਮਲ ਪਲਾਂਟ ਰੋਸ਼ਨਾਉਂਦਾ ਰਿਹਾ ਔਰ ਇਹੀ ਨਹੀਂ, ਇਸ ਥਰਮਲ ਪਲਾਂਟ ਨੇ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਦੌਰ ਜਿਹੜਾ ਉਹ ਲਿਆਉਣ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਤੇ ਇਸ ਥਰਮਲ ਪਲਾਂਟ ਨੂੰ ਅਜੇ ਹੋਰ ਚਲਾਇਆ ਜਾ ਸਕਦਾ ਸੀ, ਪਰ ਸਰਕਾਰਾਂ ਜੋ ਸੋਚਦੀਆਂ ਨੇ ਹੁੰਦਾ ਉਹੀ ਹੈ। ਤੇ ਪਿਛਲੀ ਸਰਕਾਰ ਨੇ ਇਸ ਦੇ ਰਿਨੋਵੇਸ਼ਨ ਦੇ ਉੱਤੇ ਕਰੀਬ 750 ਕਰੋੜ ਰੁਪਇਆ ਖਰਚ ਕੀਤਾ। ਕਹਿ ਲਈਏ ਅਮਾਉਂਟ ਜੋ ਟੋਟਲ ਸੀ 715 ਕਰੋੜ ਰੁਪਇਆ ਜਿਹੜਾ ਉਹ ਖਰਚ ਕੀਤਾ ਇਸ ਥਰਮਲ ਪਲਾਂਟ ਦੀ ਰਿਨੋਵੇਸ਼ਨ ਵਾਸਤੇ। ਔਰ ਇਸ ਦੀ ਰਿਨੋਵੇਸ਼ਨ ਹੋਣ ਤੋਂ ਬਾਅਦ ਅਗਲੇ 5-7 ਸਾਲ ਇਹ ਥਰਮਲ ਪਲਾਂਟ ਅਜੇ ਹੋਰ ਚੱਲ ਸਕਦਾ ਸੀ। ਔਰ ਅਗਰ ਮੁਲਾਜ਼ਮ ਜਥੇਬੰਦੀਆਂ ਦੀ ਮੰਨੀਏ ਤਾਂ ਇਹ ਥਰਮਲ ਪਲਾਂਟ ਜਿਹੜੀ ਬਿਜਲੀ ਉਹ ਪੰਜਾਬ ਨੂੰ ਕਿਤੇ ਸਸਤੀ ਨਿੱਜੀ ਥਰਮਲ ਪਲਾਂਟਾਂ ਤੋਂ ਦੇ ਰਿਹਾ ਸੀ, ਪਰ ਸਰਕਾਰ ਇਸ ਤਰਕ ਦੇ ਨਾਲ ਕਿਤੇ ਸਹਿਮਤ ਨਹੀਂ ਹੋਈ ਔਰ ਲਗਾਤਾਰ ਕਸ਼ਮਕਸ਼ ਮੁਲਾਜ਼ਮਾਂ ਦੇ ਵਿੱਚ, ਇਸ ਥਰਮਲ ਪਲਾਂਟ ਦੇ ਕਰਮਚਾਰੀਆਂ ਦੇ ਵਿੱਚ ਚੱਲੀ। ਤੇ ਇਸ ਕਸ਼ਮਕਸ਼ ਦਾ ਨਿਸ਼ਕਰਸ਼ ਇਹ ਨਿਕਲਿਆ ਕਿ ਆਖਿਰ ਨਵੀਂ ਸਰਕਾਰ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਇਸ ਥਰਮਲ ਪਲਾਂਟ ਨੂੰ ਜਿੰਦਰਾ ਮਾਰਿਆ ਤੇ ਲਗਾਤਾਰ ਇਸ ਦੀ ਪ੍ਰਕਿਰਿਆ ਚੱਲਦੀ ਰਹੀ। ਹਾਲਾਂਕਿ ਸੂਬੇ ਦੇ ਵਿੱਤ ਮੰਤਰੀ ਜੋ ਬਠਿੰਡਾ ਸ਼ਹਿਰੀ ਲੋਕ ਸਭਾ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਨੇ, ਉਹਨਾਂ ਨੇ ਬਾਕਾਇਦਾ ਇਸ ਵਾਅਦੇ ਨਾਲ ਇਹ ਇਲੈਕਸ਼ਨ ਜਿੱਤੀ ਸੀ। ਉਹਨਾਂ ਨੇ ਐਲਾਨੀਆਂ ਇਹ ਵਾਅਦਾ ਕੀਤਾ ਸੀ ਕਿ ਇਸ ਥਰਮਲ ਪਲਾਂਟ ਦੀਆਂ ਚਿਮਨੀਆਂ ਤੋਂ ਧੂੰਆਂ ਨਿਕਲੂਗਾ। ਕਿਤੇ ਨਾ ਕਿਤੇ ਕਹਿ ਲਈਏ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਅੱਜ ਵੀ ਉਹ ਬਿਆਨ ਬੜਾ ਰੜਕਦਾ ਹੈ ਕਿ ਵਿੱਤ ਮੰਤਰੀ ਦਾ ਇਹ ਬਿਆਨ ਉਹਨਾਂ ਨਾਲ ਵਫਾ ਨਹੀਂ ਹੋਇਆ। ਤੇ ਉਹ ਵੀ ਅਸੀਂ ਗੱਲ ਕਰਾਂਗੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਥਰਮਲ ਪਲਾਂਟ ਨੂੰ ਢਾਉਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਲਗਭਗ ਹੁਣ ਅੰਤਿਮ ਗੇੜ ਦੇ ਵਿੱਚ ਪਹੁੰਚ ਚੁੱਕੀ ਹੈ ਔਰ 4 ਚਿਮਨੀਆਂ ਇਸ ਦੀਆਂ ਨੇ ਜੋ ਬਠਿੰਡਾ ਦੀ ਸ਼ਾਨ ਨੇ, ਬਠਿੰਡਾ ਦੀ ਵਿਰਾਸਤ ਨੇ। ਔਰ ਜੇ ਕਹਿ ਲਈਏ ਕਿ ਬਠਿੰਡਾ ਦੇ ਵਿਰਾਸਤੀ ਕਿਲੇ ਤੋਂ ਬਾਅਦ ਅਗਰ ਬਠਿੰਡਾ ਦੀ ਪਛਾਣ ਕਿਸੇ ਚੀਜ਼ ਨਾਲ ਬਣੀ ਹੈ ਤਾਂ ਉਹ ਇਹਨਾਂ 4 ਚਿਮਨੀਆਂ ਦੀ ਸਦਕਾ, ਬਠਿੰਡਾ ਦੇ ਥਰਮਲ ਪਲਾਂਟ ਦੀ ਸਦਕਾ ਬਣੀ ਹੋਈ ਹੈ। ਤੇ ਝੀਲਾਂ ਦਾ ਸ਼ਹਿਰ ਅਗਰ ਕਿਹਾ ਜਾਂਦਾ ਹੈ ਤਾਂ ਉਹ ਵੀ ਇਹ ਥਰਮਲ ਪਲਾਂਟ ਦੀਆਂ ਝੀਲਾਂ ਨੇ, ਜਿਨ੍ਹਾਂ ਦੇ ਵਿੱਚ ਪਿਛਲੀ ਸਰਕਾਰ ਨੇ VOTING ਵੀ ਸ਼ੁਰੂ ਕਰਾਈ। ਜੋ ਪੰਜਾਬ ਦੇ ਵਿੱਚ ਇੱਕੋ ਇੱਕ ਇਹੋ ਜਿਹੀ ਟੂਰਿਸਟ ਸਪੌਟ ਸੀ ਜੋ ਜਿੱਥੇ VOTING ਹੁੰਦੀ ਸੀ। ਚੰਡੀਗੜ੍ਹ UT ਏਰੀਆ ਮੰਨਿਆ ਜਾਂਦਾ ਹੈ ਤੇ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਵਿੱਚ VOTING ਹੁੰਦੀ ਹੈ। ਜਾਂ ਪੰਜਾਬ ਦੇ ਵਿੱਚ ਜੇ ਕਿਤੇ ਹੁੰਦੀ ਸੀ ਤਾਂ ਬਠਿੰਡਾ ਦੀਆਂ ਇਹਨਾਂ ਝੀਲਾਂ ਦੇ ਵਿੱਚ ਮੈਨੂੰ ਯਾਦ ਹੈ ਕਿ ਲੋਕਡਾਊਨ ਤੋਂ ਪਹਿਲਾਂ ਤੱਕ ਬਾਕਾਇਦਾ ਪੰਜਾਬ ਦੇ ਦੂਰ ਦਰਾਡੇ ਦੇ ਇਲਾਕਿਆਂ 'ਚੋਂ ਇਹਨਾਂ ਝੀਲਾਂ ਦੇ ਵਿੱਚ VOTING ਕਰਨ ਜਿਹੜੇ ਲੋਕ ਆਉਂਦੇ ਰਹੇ ਨੇ। ਤੇ ਕਿਉਂਕਿ ਹੁਣ ਲੋਕਡਾਊਨ ਤੋਂ ਬਾਅਦ ਇਹ ਪ੍ਰੋਜੈਕਟ ਵੀ ਠੱਪ ਹੋ ਗਿਆ ਤੇ ਹੁਣ ਅੱਗੇ ਇਸ ਦੀਆਂ ਉਮੀਦਾਂ ਜਿਹੜੀਆਂ ਨੇ ਫਿਰ ਸਰਕਾਰ ਤੇ ਟਿਕੀਆਂ ਹੋਈਆਂ ਨੇ, ਕਿਉਂਕਿ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਥਰਮਲ ਨੂੰ ਡਿਸਮੈਂਟਲ ਕੀਤਾ ਜਾਏਗਾ, ਢਾਇਆ ਜਾਏਗਾ, ਪਰ ਇਸ ਦੀਆਂ ਜੋ 4 ਚਿਮਨੀਆਂ ਨੇ ਉਹਨਾਂ ਨੂੰ ਵਿਰਾਸਤ ਵਜੋਂ ਰੱਖਿਆ ਜਾਏਗਾ। ਤੇ ਇਹ ਵਾਅਦਾ ਕਿੰਨਾ ਕੁ ਵਫਾ ਹੁੰਦਾ ਹੈ ਅਜੇ ਭਵਿੱਖ 'ਚ ਦੇਖਣਾ ਹੋਏਗਾ ਕੀ ਬਣਦਾ। ਔਰ ਨਾਲ ਹੀ ਵਿੱਤ ਮੰਤਰੀ ਵੱਲੋਂ ਵੀ ਜਾਂ ਕਹਿ ਲਈਏ ਸਰਕਾਰ ਵੱਲੋਂ ਇਹ ਵੀ ਵਾਅਦਾ ਕੀਤਾ ਗਿਆ ਕਿ ਇਸ ਦੀਆਂ ਜੋ 3 ਝੀਲਾਂ ਹਨ ਉਹ ਬਠਿੰਡਾ ਦੇ ਵਿੱਚ ਜਲ ਆਪੂਰਤੀ ਲਈ, ਕਹਿ ਲਈਏ ਵਾਟਰ ਸਪਲਾਈ ਦੇ ਲਈ ਵਰਤੀਆਂ ਜਾਣਗੀਆਂ। ਕਿਉਂਕਿ ਪ੍ਰਪੋਜ਼ਲ ਨਗਰ ਨਿਗਮ ਦੀ ਅਕਾਲੀ ਸਰਕਾਰ ਵੇਲੇ ਤੋਂ ਇਹ ਲਗਾਤਾਰ ਚੱਲ ਰਹੀ ਸੀ ਕਿ ਇਹਨਾਂ ਝੀਲਾਂ ਨੂੰ ਅਗਰ ਤੁਸੀਂ ਥਰਮਲ ਲਈ ਨਹੀਂ ਵਰਤਣਾ ਤਾਂ ਇਹਨਾਂ ਝੀਲਾਂ ਨੂੰ ਤੁਸੀਂ ਜਿਹੜਾ ਉਹ ਸ਼ਹਿਰ ਦੀ ਵਾਟਰ ਸਪਲਾਈ ਦੇ ਨਾਲ ਜੋੜ ਕੇ ਇਸ ਦੀ ਵਾਟਰ ਸਪਲਾਈ ਬਿਹਤਰ ਬਣਾਈ ਜਾ ਸਕਦੀ ਹੈ। ਸਾਰਾ ਕੁਝ ਫਿਰ ਸਰਕਾਰ ਤੇ ਹੀ ਨਿਰਭਰ ਕਰੇਗਾ ਕਿਉਂਕਿ ਸਰਕਾਰ ਦੀਆਂ ਆਪਦੀਆਂ ਗਿਣਤੀਆਂ ਮਿਣਤੀਆਂ ਨੇ। ਸਰਕਾਰ ਇਹ ਵੀ ਕਹਿ ਰਹੀ ਹੈ ਕਿ ਇੱਥੇ ਅਸੀਂ ਇੱਕ ਵੱਡਾ ਜਿਹੜਾ ਉਹ ਉਦਯੋਗਿਕ ਜਿਹੜਾ ਇਸ ਨੂੰ ਹੱਬ ਬਣਾਉਣ ਦੇ ਲਈ ਉਦਯੋਗਿਕ ਯੂਨਿਟ ਲਗਾਵਾਂਗੇ, ਪਰ ਇਹ ਵੀ ਦੇਖਣ ਵਾਲਾ ਹੋਏਗਾ ਕਿ ਸ਼ਹਿਰ ਦੇ ਵਿੱਚ ਵਿਚਾਲੇ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਉਹ